ਦੋਸਤੋ 10 ਮਾਰਚ ਨੂੰ ਪੰਜਾਬ ਵਿੱਚ ਚੋਣ ਨਤੀਜੇ ਆ ਗਏ। ਲਗਭਗ ਬਹੁਤਿਆਂ ਦੀ ਉਮੀਦ ਅਤੇ ਅੰਦਾਜ਼ਿਆਂ ਨੂੰ ਗਲਤ ਸਿੱਧ ਕਰਦੇ ਹੋਏ ਆਮ ਆਦਮੀ ਪਾਰਟੀ ਨੇ ਇੱਕ ਤਰਫਾ ਜਿੱਤ ਪ੍ਰਾਪਤ ਕਰਦੇ ਹੋਏ 92 ਸੀਟਾਂ 'ਤੇ ਜਿੱਤ ਪ੍ਰਾਪਤ ਕੀਤੀ। ਇਹਨਾਂ ਚੋਣਾਂ ਵਿੱਚ ਵਿਰੋਧੀ ਪਾਰਟੀਆਂ ਅਤੇ ਉਹਨਾਂ ਦੇ ਕੱਦਾਵਰ ਨੇਤਾਵਾਂ ਨੂੰ ਬੁਰੀ ਤਰ੍ਹਾਂ ਹਾਰ ਮਿਲੀ। ਉਹ ਦਿੱਗਜ ਨੇਤਾ ਜਿਨ੍ਹਾਂ ਬਾਰੇ ਕੋਈ ਸਿਆਸੀ ਪੰਡਤ ਵੀ ਨਹੀਂ ਸੋਚ ਸਕਦਾ ਸੀ, ਉਹ ਵੀ ਆਪਣੀਆਂ ਸੀਟਾਂ ਤੋਂ ਹਾਰ ਗਏ। ਜੋ ਹੋਇਆ ਬਹੁਤ ਅਚੰਭੇ ਵਰਗੀ ਗੱਲ ਸੀ। ਪਰ ਇਹ ਹੋਇਆ ਕਿਵੇਂ? ਬੇਸ਼ੱਕ ਚੋਣਾਂ ਵਿੱਚ 4 ਪ੍ਰਮੁੱਖ ਪਾਰਟੀਆਂ ਮੈਦਾਨ ਵਿੱਚ ਸਨ, ਪਰ ਮੁਕਾਬਲਾ ਸਿਰਫ 2 ਪਾਰਟੀਆਂ ਵਿਚਕਾਰ ਸੀ। ਕਿਵੇਂ? ਇਸ ਦੀ ਗੱਲ ਕਰਾਂਗੇ ਅੱਗੇ। ਅੱਜ ਇਸੇ ਤੇ ਹੀ ਚਰਚਾ ਹੈ। ਇਸ ਜਿੱਤ ਪਿੱਛੇ ਪਿਛਲੀਆਂ 2014 ਵੇਲੇ ਦੀਆਂ ਚੋਣਾਂ ਵੇਲੇ ਵਿਛਾਈ ਗਈ ਸ਼ਤਰੰਜ ਦੀਆਂ ਚਾਲਾਂ ਕਾਮਯਾਬ ਹੋ ਗਈਆਂ ਹਨ। ਆਓ ਪਾਰਟੀ ਵਾਈਜ਼ ਸਮਝਣ ਦੀ ਕੋਸ਼ਿਸ਼ ਕਰੀਏ। ਪਹਿਲਾ, ਪੰਜਾਬ ਵਿੱਚ ਮੁੱਖ ਧਿਰ ਅਤੇ 120 ਸਾਲ ਪੁਰਾਣੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਬਾਰੇ ਗੱਲ ਕਰਦੇ ਹਾਂ, ਜਿਹਦੇ ਦੋਵੇਂ ਪ੍ਰਮੁੱਖ ਨੇਤਾ ਸੁਖਬੀਰ ਬਾਦਲ ਅਤੇ ਪ੍ਰਕਾਸ਼ ਸਿੰਘ ਬਾਦਲ ਆਪਣੀਆਂ ਸੀਟਾਂ ਤੋਂ ਹਾਰ ਗਏ। 2017 ਦੀਆਂ ਚੋਣਾਂ ਵੇਲੇ ਹੀ ਅਕਾਲੀ ਦਲ ਨੂੰ ਰੇਸ ਤੋਂ ਬਾਹਰ ਕਰ ਦਿੱਤਾ ਗਿਆ ਸੀ। ਬੇਅਦਬੀ ਦੇ ਮੁੱਦਿਆਂ 'ਤੇ ਉਹਨੂੰ ਪਹਿਲਾਂ ਦੋਸ਼ੀ ਅਤੇ ਫਿਰ ਕੋਟਕਪੂਰਾ ਹਿੰਸਾ ਤੋਂ ਬਾਅਦ ਉਹਨੂੰ ਸਿੱਖਾਂ ਵਿੱਚ ਲਗਭਗ ਖਤਮ ਹੀ ਕਰ ਦਿੱਤਾ ਗਿਆ। ਅਕਾਲੀ ਦਲ ਦੇ ਕੋਰ ਵੋਟਰ ਸਿੱਖ ਅਤੇ ਖਾਸ ਕਰ ਪਿੰਡਾਂ ਵਿੱਚ ਵਸਣ ਵਾਲੇ ਸਿੱਖ ਅਤੇ ਕਿਸਾਨ ਹੀ ਸਨ। ਪਿੰਡਾਂ ਵਿੱਚ ਜਾਣ 'ਤੇ ਹਿੰਸਕ ਵਿਰੋਧ ਵਰਗੀਆਂ ਘਟਨਾਵਾਂ ਹੋਣ ਲੱਗ ਪਈਆਂ ਜਾਂ ਕਰਵਾਈਆਂ ਜਾਣ ਲੱਗ ਪਈਆਂ। ਕਰੋਨਾ ਕਾਲ ਨੇ ਅਕਾਲੀ ਦਲ ਨੂੰ ਲੋਕਾਂ ਵਿੱਚ ਜਾ ਕੇ ਆਪਣੀ ਸੱਚਾਈ ਅਤੇ ਸਫਾਈ ਪੇਸ਼ ਕਰਨ ਦਾ ਮੌਕਾ ਵੀ ਨਹੀਂ ਦਿੱਤਾ। ਉਮੀਦ ਸੀ ਕਿ ਲੋਕ ਇਸ ਗੰਦੀ ਨਫ਼ਰਤ ਭਰੀ ਰਾਜਨੀਤਿਕ ਚਾਲ ਨੂੰ ਸਮਝਣਗੇ ਅਤੇ ਕੁਝ ਹੱਦ ਤੱਕ ਫਿਰ ਅਕਾਲੀ ਦਲ ਵੱਲ ਵਾਪਸੀ ਕਰ ਲੈਣਗੇ। ਪਰ 2-3 ਥਾਂ ਫੇਰ ਚੋਣਾਂ ਤੋਂ ਪਹਿਲਾਂ ਹੋਈਆਂ ਬੇਅਦਬੀ ਦੀਆਂ ਕੋਸ਼ਿਸ਼ਾਂ ਨੇ ਅਕਾਲੀ ਦਲ ਨੇ ਜੋ ਉਹਨਾਂ ਦੇ ਸਟੈਂਡ ਲਿਆ, ਉਹਨੇ ਰਹੀ ਸਹੀ ਉਮੀਦ ਵੀ ਖਤਮ ਕਰ ਦਿੱਤੀ। ਵਿਰੋਧੀ ਅਕਾਲੀ ਦਲ ਤੇ ਇਸੇ ਗੱਲ ਨੂੰ ਮੁੱਦਾ ਬਣਾ ਕੇ ਲਗਾਤਾਰ ਹਾਵੀ ਹੀ ਰਹੇ, ਭਾਵੇਂ ਉਹ ਕਾਂਗਰਸ ਹੋਵੇ ਅਤੇ ਜਾਂ ਫਿਰ ਆਮ ਆਦਮੀ ਪਾਰਟੀ। ਬੇਅਦਬੀ ਦੀਆਂ ਘਟਨਾਵਾਂ 'ਤੇ ਅਕਾਲੀ ਦਲ ਨੂੰ ਦੋਸ਼ੀ ਤਾਂ ਦੱਸਿਆ ਹੀ ਜਾ ਰਿਹਾ ਸੀ। ਉੱਪਰੋਂ ਹੱਦ ਉਦੋਂ ਹੋ ਗਈ ਜਦੋਂ ਕਿਸਾਨੀ ਅੰਦੋਲਨ ਦੌਰਾਨ ਉਹਨੂੰ ਬੀਜੇਪੀ ਦਾ ਪਿੱਠੂ ਦੱਸ ਉਹਦਾ ਬੀਜੇਪੀ ਤੋਂ ਵੀ ਛੁਟਕਾਰਾ ਜਾਂ ਕਹੋ ਅਲਗਾਵ ਕਰਾ ਦਿੱਤਾ ਗਿਆ। ਹੁਣ ਮੈਦਾਨ ਵਿੱਚ ਅਕਾਲੀ ਦਲ ਇਕੱਲਾ ਰਹਿ ਗਿਆ ਸੀ, ਜਿਸ ਉੱਪਰ ਚਾਰੋਂ ਪਾਸੇ ਹਮਲੇ ਹੋ ਰਹੇ ਸਨ। ਬੀਜੇਪੀ ਦੇ ਅੱਡ ਹੋਣ ਨਾਲ ਬੀਜੇਪੀ ਦੀਆਂ ਵੋਟਾਂ, ਜਿਨ੍ਹਾਂ ਵਿੱਚੋਂ ਬਹੁਤ ਹੱਦ ਤੱਕ ਸ਼ਹਿਰੀ ਵੋਟਾਂ ਅਤੇ ਪਿੰਡਾਂ ਵਿੱਚੋਂ ਵੀ ਕੁਝ ਹੱਦ ਤੱਕ ਹਿੰਦੂ ਵੋਟਾਂ, ਉਸ ਤੋਂ ਟੁੱਟ ਗਈਆਂ, ਜੋ ਕਿ ਉਸ ਨੂੰ ਅਕਸਰ ਆਪਣਾ ਭਾਈਵਾਲ ਸਮਝਦੇ ਹੋਏ ਵੋਟਾਂ ਕਰਦੀਆਂ ਸਨ। ਇੰਝ ਅਕਾਲੀ ਦਲ 2017 ਤੋਂ ਹੀ ਰੋਸ ਵਿੱਚੋਂ ਬਾਹਰ ਹੋ ਗਿਆ ਸੀ। ਦੂਜੀ ਵੱਡੀ ਧਿਰ ਮੁਕਾਬਲੇ ਦੀ ਹੋ ਸਕਦੀ ਹੀ ਬੀਜੇਪੀ, ਜਿਹਦੇ ਨੇਤਾ ਹਨ ਨਰਿੰਦਰ ਮੋਦੀ। ਉਹਨੂੰ ਕਿਸਾਨੀ ਅੰਦੋਲਨ ਦੇ ਨਾਂ 'ਤੇ ਦਿੱਲੀ ਦੀਆਂ ਬੂਹਾਂ 'ਤੇ ਘਰੇਰ ਕਿਸਾਨ, ਜਿਨ੍ਹਾਂ ਵਿੱਚੋਂ 95% ਸਿੱਖ ਸਨ, ਦਾ ਵਿਰੋਧੀ ਹਵਾ ਬਣਾ ਦਿੱਤੀ ਗਈ ਕਿ ਇਹ ਸਿੱਖਾਂ ਦਾ ਦੁਸ਼ਮਣ ਹੈ। ਇੰਝ ਅਕਾਲੀ ਦਲ ਤੋਂ ਬਾਅਦ ਬੀਜੇਪੀ ਵੀ ਪੰਜਾਬ ਵਿੱਚ ਸਿੱਖਾਂ ਦੀ ਦੁਸ਼ਮਣ ਹੋ ਗਈ। ਅੰਦੋਲਨ ਨੂੰ ਹਿੰਸਕ ਰੱਖਣ ਦੀਆਂ ਕੋਸ਼ਿਸ਼ਾਂ ਹੁੰਦੀਆਂ ਰਹੀਆਂ ਅਤੇ ਹਿੰਸਕ ਘਟਨਾਵਾਂ ਹੋਈਆਂ ਵੀ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲਈ ਤਾਂ ਗੱਲ ਦੀ ਸ਼ੁਰੂਆਤ ਹੀ ਨਫ਼ਰਤ ਅਤੇ ਗਾਲਾਂ ਨਾਲ ਹੁੰਦੀ ਸੀ। ਇੰਨੀ ਨਫ਼ਰਤ ਵੱਧ ਗਈ ਸੀ, ਇਹ ਵਿਰੋਧ ਅੰਦਰੋਂ ਅੰਦਰ ਹਿੰਦੂ ਵਿਰੋਧ ਹੁੰਦਾ ਗਿਆ। ਭਾਵੇਂ ਲੱਖ ਕਹਿਣ ਕਿ ਇਹ ਬੀਜੇਪੀ ਦਾ ਵਿਰੋਧ ਸੀ, ਇਸ ਨੇ ਬਹੁਤ ਹੱਦ ਤੱਕ ਹਿੰਦੂ ਵੋਟਾਂ, ਖਾਸ ਕਰ ਅਕਾਲੀ ਦਲ ਨੂੰ ਪੈਣ ਵਾਲੀਆਂ ਵੋਟਾਂ ਨੂੰ ਤੇ ਬਿਲਕੁਲ ਹੀ ਖਤਮ ਕਰ ਦਿੱਤਾ। ਪਰ ਇਸ ਦੌਰਾਨ
ਇੱਕ ਬਾਹਰੋਂ ਆਈ ਪਾਰਟੀ ਨੇ ਜੋ ਆਪਣੇ ਆਪ ਨੂੰ ਪੰਜਾਬ ਦੀ ਰਾਖਾ ਪਾਰਟੀ ਬਣ ਗਈ ਹੈ, ਬੜੀ ਚਲਾਕੀ ਨਾਲ ਹਿੰਦੂਆਂ ਦੇ ਇੱਕ ਦੇਵਤੇ ਦੀ ਪੂਜਾ ਦਾ ਵਿਖਾਵਾ ਕਰ ਬੀਜੇਪੀ ਦੇ ਵੱਲ ਝੁਕਾਅ ਰੱਖਦੇ ਹਿੰਦੂਆਂ ਦੀਆਂ ਵੋਟਾਂ ਨੂੰ ਵੀ ਵੰਡ ਦਿੱਤਾ। ਹੁਣ ਹਿੰਦੂਆਂ ਦੀਆਂ ਵੋਟਾਂ ਵੀ ਬਹੁਤ ਹੱਦ ਤੱਕ ਧਰਮ ਕਾਰਨ ਬੀਜੇਪੀ ਵੱਲੋਂ ਟੁੱਟ ਕੇ ਉਸ ਪਾर्टी वाल हो गई सन। इस आंदोलन में सब लोग शामिल हुए, कोई जो भी इस देश का भला चाहते हैं सब ने इस आंदोलन का समर्थन किया। महिलाओं ने, व्यापारियों ने, स्टूडेंट्स ने। खासकर मैं पंजाब के किसानों को बधाई देना चाहता हूं क्योंकि उन लोगों ने इस पूरे आंदोलन की अगुवाई की। उन्होंने दुनिया का सबसे लंबा आंदोलन, सबसे अहिंसात्मक आंदोलन, संयमित आंदोलन ਪੰਜਾਬ ਵਿੱਚ 2007 ਤੋਂ ਬਾਅਦ ਮੈਦਾਨ ਵਿੱਚ ਇਹਨਾਂ ਤੋਂ ਇਲਾਵਾ ਸੀ ਕੌਣ? ਸੀ ਇੱਕ ਪਾਰਟੀ ਕਿਸਾਨੀ ਅੰਦੋਲਨ ਵਿੱਚ ਨਿਕਲੀ ਕਮਾਈ ਤੇ ਅੱਖ ਰੱਖਣ ਵਾਲੀ ਪਾਰਟੀ, ਉਹ ਸੀ ਨੌਕਰੀਆਂ ਅਤੇ 10 ਲੱਖ ਦੇਣ ਵਾਲੀ ਪਾਰਟੀ। ਹਾਂਜੀ, ਤੁਸੀਂ ਠੀਕ ਸਮਝੇ ਹੋ। ਤੀਜੀ ਧਿਰ ਸੀ ਮੁਕਾਬਲੇ ਵਾਲੀ ਧਿਰ ਕਾਂਗਰਸ। ਉਹਦੇ ਖਿਲਾਫ ਵੀ ਓਪੋਜੀਸ਼ਨ ਦੇ ਧਰਨੇ ਪ੍ਰਦਰਸ਼ਨਾਂ ਦਾ ਲਗਾਤਾਰ ਹਰ ਲਿਆ ਦਿੱਤਾ। ਐਂਟੀ ਇਨਕੰਬੈਂਸੀ ਸਿਖਰਾਂ ਤੇ ਕਰ ਦਿੱਤੀ ਗਈ। ਥਾਂ ਥਾਂ ਧਰਨੇ ਪ੍ਰਦਰਸ਼ਨ ਸ਼ੁਰੂ ਹੋ ਗਏ। ਸਰਕਾਰੀ ਨੌਕਰੀਆਂ ਦੀ ਮੰਗ ਅਤੇ ਪੱਕੇ ਕਰਨ ਦੀਆਂ ਮੰਗਾਂ, ਹਰ ਥਾਂ ਧਰਨੇ ਹੀ ਧਰਨੇ ਸਨ। ਪਰ ਇਸ ਸਭ ਦੇ ਬਾਵਜੂਦ ਵੀ ਇੱਥੇ ਮੁਕਾਬਲੇ ਵਿੱਚ ਸੀ ਅਤੇ ਮੁਕਾਬਲਾ ਵੀ ਤਗੜਾ ਦੇ ਰਹੀ ਸੀ ਕਾਂਗਰਸ ਪਾਰਟੀ। ਪਰ ਕਾਂਗਰਸ ਹਾਈ ਕਮਾਂਡ ਨੇ ਤਾਂ ਖੁਦ ਹੀ ਆਪਣਾ ਮੁੱਖ ਵਜ਼ੀਰ ਪਿਆਦੇ ਤੋਂ ਮਰਵਾ ਦੀ ਬਾਜੀ ਗਵਾ ਦਿੱਤੀ ਸੀ। ਨਹੀਂ ਤਾਂ ਸਫਲਤਾ ਕਿਸਾਨੀ ਅੰਦੋਲਨ ਕਰਕੇ ਕਾਂਗਰਸ ਨੇ ਆਪਣੀ ਬਹੁਤ ਹੱਦ ਤੱਕ ਪੱਕੀ ਕਰ ਹੀ ਲਈ ਸੀ। ਇਹਨਾਂ ਚੁਣਾਵਾਂ ਵਿੱਚ ਉਦੋਂ ਤੱਕ ਉਸ ਦੀ ਸਥਿਤੀ ਬਹੁਤ ਮਜ਼ਬੂਤ ਲੱਗ ਰਹੀ ਸੀ। ਇਸ ਸਭ ਪਿੱਛੇ ਉਹ ਵਜ਼ੀਰ ਹੀ ਸੀ। ਉਹਦੇ ਜਾਂਦੇ ਹੀ ਸਭ ਮਹੱਤਵਹੀਨ ਹੋ ਗਿਆ। ਨਵੇਂ ਪਿਆਦੇ ਆਪਸ ਵਿੱਚ ਰਾਜਨੀਤਿਕ ਕੱਦ ਆਪਣਾ ਖੁਦ ਹੀ ਘਟਾ ਬੈਠੇ ਅਤੇ ਸਥਿਤੀ ਹਾਸੋਹੀਣੀ ਬਣਾ ਦਿੱਤੀ ਗਈ। ਹੁਣ ਪੂਰਾ ਮੈਦਾਨ ਖਾਲੀ ਕਰ ਦਿੱਤਾ ਗਿਆ ਸੀ। ਮੈਦਾਨ ਵਿੱਚ ਸੀ ਹੀ ਕੌਣ? ਇਹ ਜਿੱਤ ਹੋਣੀ ਹੀ ਸੀ। ਪਰ ਹੈਰਾਨੀ ਇੰਨੀ ਵੱਡੀ ਜਿੱਤ ਦੀ ਹੈ। ਇਹ ਸੁਨੇਹਾ ਹੈ ਰਾਜਨੀਤਿਕ ਪਾਰਟੀਆਂ ਲਈ ਅਤੇ ਖਾਸ ਕਰ ਪੰਜਾਬ ਦੀ ਸਭ ਤੋਂ ਪੁਰਾਣੀ ਪਾਰਟੀ ਅਕਾਲੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ। ਹੁਣ ਅਕਾਲੀਆਂ ਨੂੰ ਸੋਚਣਾ ਪੈਣਾ ਹੈ ਕਿ ਉਹ ਇੰਨੀ ਬੁਰੀ ਤਰ੍ਹਾਂ ਕਿਉਂ ਹਾਰੇ ਹਨ ਅਤੇ ਇਹ ਵੀ ਸੋਚਣਾ ਪੈਣਾ ਹੈ ਕਿ ਆਪਣੀ ਹੀ ਕੌਮ ਵਿੱਚ ਨਫ਼ਰਤ ਦਾ ਪਾਤਰ ਜਾਂ ਨਕਾਰੇ ਕਿਉਂ ਜਾ ਚੁੱਕੇ ਹਨ। ਬਿਨਾਂ ਬੀਜੇਪੀ ਜਾਂ ਕਹੋ ਹਿੰਦੂਆਂ ਦੀਆਂ ਵੋਟਾਂ ਤੋਂ ਬਿਨਾਂ ਉਹਨਾਂ ਦਾ ਰਾਜਨੀਤਿਕ ਭਵਿੱਖ ਕੀ ਹੈ? ਉਮੀਦ ਹੈ ਉਹਨਾਂ ਨੂੰ ਸਮਝ ਆ ਗਿਆ ਹੋਵੇਗਾ। ਬਿਨਾਂ ਸਰਬ ਸਾਂਝੀਵਾਲਤਾ ਦੇ ਪੰਜਾਬ ਵਿੱਚ ਅਕਾਲੀ ਦਲ ਹੁਣ ਸਰਵਾਈਵ ਨਹੀਂ ਕਰ ਸਕੇਗਾ। ਕੁਛ ਉਹਦੇ ਨੇਤਾ ਇਹੋ ਜਿਹੇ ਬਿਆਨ ਦਿੰਦੇ ਹਨ ਜਿਨ੍ਹਾਂ ਨਾਲ ਇਹ ਸਾਂਝੀਵਾਲਤਾ ਖਤਮ ਹੋ ਜਾਂਦੀ ਹੈ। ਕਾਂਗਰਸ ਹੁਣ ਕਮਜ਼ੋਰ ਹੋ ਚੁੱਕੀ ਹੈ ਅਤੇ ਹੋਰ ਕਮਜ਼ੋਰ ਹੋਵੇਗੀ। ਇਸ ਦਾ ਪ੍ਰਮੁੱਖ ਕਾਰਨ ਹੈ ਕਿਉਂਕਿ ਉਸ ਦੀਆਂ ਵੋਟਾਂ ਹੁਣ ਬਹੁਤ ਹੱਦ ਤੱਕ ਆਪ ਵੱਲ ਜਾ ਚੁੱਕੀਆਂ ਹਨ ਅਤੇ ਉਸ ਉੱਪਰ ਆਪ ਦੀ ਮੋਹਰ ਲੱਗ ਚੁੱਕੀ ਹੈ। ਹੁਣ ਉਹ ਵਾਪਸ ਕਿੱਥੇ ਆਉਣਗੀਆਂ? ਭਵਿੱਖ ਵਿੱਚ ਆਪ ਨੂੰ ਟੱਕਰ ਦੇਣ ਲਈ ਬੀਜੇਪੀ ਜਾਂ ਅਕਾਲੀ ਦਲ ਹੀ ਸਾਹਮਣੇ ਆਉਣਗੇ। ਪਰ ਅਕਾਲੀ ਦਲ ਬਿਨਾਂ ਬੀਜੇਪੀ ਤੋਂ ਸ਼ਾਇਦ ਇਹ ਨਹੀਂ ਕਰ ਸਕੇਗਾ। ਬੇਸ਼ੱਕ ਉਹ ਵੱਡੀ ਪਾਰਟੀ ਬਣ ਜਾਵੇ ਪਰ ਇਕੱਲਾ ਹਕੂਮਤ ਦਾ ਦਾਅਵੇਦਾਰ ਉਹ ਨਹੀਂ ਹੋ ਸਕੇਗਾ। ਅੱਗੇ ਦੇਖੋ ਬੀਜੇਪੀ ਇਕੱਲੇ ਆਪਣਾ ਫਲਾਪ ਕਰਦੀ ਹੈ ਜਾਂ ਅਕਾਲੀ ਦਲ ਸਿਆਸੀ ਸਮਝ-ਬੂਝ ਦਾ ਪ੍ਰਦਰਸ਼ਨ ਕਰਦੀ ਹੈ ਅਤੇ ਗਲਤੀਆਂ ਸੁਧਾਰਦੀ ਹੈ। ਇਹ ਤਾਂ ਬੀਜੇਪੀ ਅਤੇ ਅਕਾਲੀ ਦਲ ਦੀ ਲੀਡਰਸ਼ਿਪ ਦੇ ਹੱਥ ਹੈ ਇਸ ਵੇਲੇ। ਪਰ ਬੀਜੇਪੀ ਬਹੁਤ ਹੱਦ ਤੱਕ ਆਪਣੀ ਸਥਿਤੀ ਸੁਧਾਰਦੀ ਜਾਵੇਗੀ ਅਤੇ ਆਪਣਾ ਪ੍ਰਦਰਸ਼ਨ ਬਿਹਤਰ ਕਰਦੀ ਜਾਵੇਗੀ। ਇਹ ਅਸਲੀ ਚੈਲੰਜ ਤਾਂ ਅਕਾਲੀ ਦਲ ਨੂੰ ਹੋਵੇਗਾ ਕਿ ਉਹ ਕਿਵੇਂ ਬਾਉਂਸ ਬੈਕ ਕਰਦਾ ਹੈ।
ਅਖੀਰ ਵਿੱਚ ਵੋਟਰਾਂ ਨੂੰ ਵੀ ਇਹ ਸਮਝਣਾ ਚਾਹੀਦਾ ਹੈ ਕਿ ਇੰਨਾ ਵੱਡਾ ਸਮਰਥਨ ਕਿਸੇ ਵੀ ਰਾਜਨੀਤਿਕ ਦਲ ਨੂੰ ਦੇਣਾ ਇੱਕ ਗਲਤੀ ਹੀ ਹੁੰਦਾ ਹੈ, ਭਾਵੇਂ ਬੀਜੇਪੀ ਹੋਵੇ, ਅਕਾਲੀ ਹੋਣ, ਕਾਂਗਰਸ ਹੋਣ ਜਾਂ ਆਮ ਆਦਮੀ ਪਾਰਟੀ। ਪ੍ਰਦਰਸ਼ਨ ਤੇ ਕੀਤੇ ਕੰਮ ਵੇਖ ਕੇ ਵੀ ਇੰਨਾ ਪ੍ਰਦਰਸ਼ਨ ਵਧੀਆ ਹੋਵੇ ਤਾਂ ਵੀ ਇੰਨਾ ਵੱਡਾ ਸਮਰਥਨ ਦੇਣਾ ਇੱਕ ਸਮਝਦਾਰੀ ਵਾਲਾ ਕਦਮ ਨਹੀਂ ਕਿਹਾ ਜਾਂਦਾ। ਬਾਕੀ ਅਗਲੇ ਭਾਗ ਵਿੱਚ ਇਹ ਸਮਝਾਉਣ ਦੀ ਕੋਸ਼ਿਸ਼ ਕਰਾਂਗੇ ਕਿ 2024 ਲਈ ਪੰਜਾਬ ਵਿੱਚ ਕੀ ਮੋਰਚਾਬੰਦੀ ਹੋਵੇਗੀ ਜਾਂ ਫਿਰ ਯੂਕਰੇਨ ਯੁੱਧ ਤੇ ਗੱਲ ਕਰਾਂਗੇ।